ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਗੱਲਬਾਤ ਕਰਾਂਗੇ ਸਿਆਸਤ ਦੇ ਅਹਿਮ ਮਸਲੇ ਤੇ। ਕੱਲ ਅਸੀਂ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਗੱਲਬਾਤ ਕੀਤੀ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਭੰਨਤੋੜ ਹੋ ਸਕਦੀ ਹੈ। ਬਹੁਤ ਸਾਰੇ ਲੀਡਰ, ਬਹੁਤ ਸਾਰੀਆਂ ਪਾਰਟੀਆਂ ਆਪਸ ਦੇ ਵਿੱਚ ਰਲੇਵਾਂ ਕਰਕੇ ਚੋਣ ਲੜਨਾ ਚਾਹੁੰਦੀਆਂ ਨੇ, ਗਠਜੋੜ ਕਰਕੇ ਚੋਣ ਲੜਨਾ ਚਾਹੁੰਦੀਆਂ ਨੇ। ਕੱਲ ਜਿਹੜੀ ਖਬਰ ਆਈ ਸੀ ਕਿ ਸੁਖਦੇਵ ਸਿੰਘ ਢੀਂਡਸਾ ਨੇ ਬਿਆਨ ਦਿੱਤਾ ਸੀ ਕਿ ਬੀਐਸਪੀ, ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ, ਬੈਂਸਾਂ ਦੀ ਪਾਰਟੀ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਰਲ ਕੇ ਜਿਹੜਾ ਹੈ ਇੱਕ ਫਰੰਟ ਬਣਾਇਆ ਜਾਊਗਾ, ਚੌਥਾ ਫਰੰਟ ਬਣਾਇਆ ਜਾਊਗਾ, ਜਿਹਦੇ ਵਿੱਚ ਧਰਮਵੀਰ ਜਿਹੜੇ ਗਾਂਧੀ ਵੀ ਹੋਣਗੇ। ਤਾਂ ਚਰਚਾਵਾਂ ਛਿੜ ਗਈਆਂ ਸੀ ਕਿ ਪੰਜਾਬ ਦਾ ਇਹ ਚੌਥਾ ਫਰੰਟ ਕਿਸ ਤਰੀਕੇ ਦਾ ਹੋਵੇਗਾ, ਕਿਸ ਤਰੀਕੇ ਦੀ ਭੂਮਿਕਾ ਕਿਹੜੀ ਪਾਰਟੀ ਦੀ ਹੋਵੇਗੀ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਸਾਫ਼ ਕਰ ਚੁੱਕੇ ਸੀਗੇ ਕਿ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਵੀ ਜਿਹੜਾ ਸੀਐਮ ਦਾ ਉਮੀਦਵਾਰ ਨਹੀਂ ਹੈ, ਮੈਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ। ਤੇ ਪਰਮਿੰਦਰ ਸਿੰਘ ਢੀਂਡਸਾ ਨੇ ਤਾਂ ਕਹਿ ਦਿੱਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਵੀ ਕਿਸੇ ਨੂੰ ਆਪਣਾ ਸੀਐਮ ਚਿਹਰਾ ਬਣਾਉਂਦੀ ਹੈ, ਕਿਉਂਕਿ ਵੱਡੀ ਪਾਰਟੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਬਹੁਤ ਸਾਰੇ ਲੋਕ ਕਿਆਸ ਰਾਈਆਂ ਲਾਉਂਦੇ ਸੀ ਕਿ ਕਿਸ ਤਰੀਕੇ ਦੀ ਕਿਹੜੀ ਭੂਮਿਕਾ ਰਹਿ ਸਕਦੀ ਹੈ, ਪਰ ਆਪਾਂ ਪ੍ਰੋਗਰਾਮ ਦੇ ਵਿੱਚ ਕੱਲ ਗੱਲ ਕੀਤੀ ਸੀ ਕਿ ਇਹ ਜਿਹੜੇ ਲੋਕ ਆ ਇਹ ਪੰਜਾਬ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਗੱਲਾਂ ਜ਼ਰੂਰ ਕਰਦੇ ਆ, ਪਰ ਇਹ ਆਪਣੇ ਨਿੱਜੀ ਹਿੱਤ ਅੱਗੇ ਰੱਖ ਲੈਂਦੇ ਨੇ। ਜਦੋਂ ਪੰਜਾਬ ਦੀ ਗੱਲ ਕਰਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਪੰਜਾਬ ਦੇ ਲਈ ਸਾਰਿਆਂ ਨੂੰ ਰਲਣ ਦੀ ਜ਼ਰੂਰਤ ਹੁੰਦੀ ਹੈ, ਉਦੋਂ ਇਹ ਆਪਣੇ ਹਿੱਤ ਅੱਗੇ ਰੱਖ ਲੈਂਦੇ ਨੇ। ਨਤੀਜੇ ਵਜੋਂ ਕੱਲ ਇਹ ਗਠਜੋੜ ਨਹੀਂ ਹੋ ਪਾਇਆ। ਆਮ ਆਦਮੀ ਪਾਰਟੀ ਨੇ ਸਾਫ਼ ਇਨਕਾਰ ਕਰ ਦਿੱਤਾ ਇਹ ਗਠਜੋੜ ਕਰਨ ਤੋਂ। ਤਾਂ ਉਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦਾ ਵੀ ਵੱਡਾ ਬਿਆਨ ਆਇਆ, ਕੀ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ, ਉਸ ਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇਸ ਗੱਲਬਾਤ ਕਰਨ ਲਈ ਜਿਹੜੇ ਮਹਿਮਾਨ ਮੇਰੇ ਨਾਲ ਮੌਜੂਦ ਰਹਿਣਗੇ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਭੀਮਿੰਦਰ ਜੀ, ਡਾਕਟਰ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕ ਨਾਥ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਆਪਾਂ ਕੱਲ ਗੱਲ ਕੀਤੀ ਸੀ ਕਿ ਗਠਜੋੜ ਹੋਵੇਗਾ ਜਾਂ ਨਹੀਂ, ਕਿਸ ਤਰੀਕੇ ਦੇ ਨਾਲ। ਤੁਹਾਨੂੰ ਯਾਦ ਹੋਊਗਾ ਮੈਂ ਸਵਾਲ ਪੁੱਛਿਆ ਸੀ ਤੁਹਾਨੂੰ ਕਿ ਡਾਕਟਰ ਸਾਹਿਬ ਆਪਾਂ ਚਰਚਾ ਤਾਂ ਕਰ ਰਹੇ ਹਾਂ, ਚਰਚਾਵਾਂ ਛਿੜਦਾ ਗਈਆਂ ਨੇ ਗਠਜੋੜ ਦੀਆਂ, ਕਿ ਇਹ ਗਠਜੋੜ ਹੋ ਪਾਊਗਾ ਵੀ ਜਾਂ ਨਹੀਂ। ਆਪਾਂ ਇਹ ਗੱਲ ਕਰਦੇ ਸੀ ਕਿ ਅਜਿਹਾ ਗਠਜੋੜ ਜਿਹੜਾ ਹੁੰਦਾ ਹੈ ਉਹ ਸੱਤਾ ਦੇ ਵਿੱਚ ਜਦੋਂ ਆ ਜਾਂਦਾ ਤਾਂ ਚੱਲਣਾ ਬੜਾ ਮੁਸ਼ਕਿਲ ਹੋ ਜਾਂਦਾ। ਪਰ ਮੈਂ ਤੁਹਾਨੂੰ ਇਹ ਵੀ ਸਵਾਲ ਕੀਤਾ ਸੀ ਕਿ ਸਰ ਸੱਤਾ 'ਚ ਜਾਣਾ ਤਾਂ ਬਾਅਦ ਦੀ ਗੱਲ ਆ, ਕਿ ਪਹਿਲਾਂ ਇਹ ਗਠਜੋੜ ਹੋ ਵੀ ਪਾਊਗਾ, ਕਿਉਂਕਿ ਜਿਹੜੀਆਂ ਪਹਿਲਾਂ ਚੋਣਾਂ ਹੋਈਆਂ ਸੀ 2019 ਦੀਆਂ ਲੋਕ ਸਭਾ ਚੋਣਾਂ ਤੇ ਜਿਮਨੀ ਚੋਣਾਂ, ਉਹਦੇ ਵਿੱਚ ਵੀ ਕੁਝ ਸੀਟਾਂ ਦੀ ਵੰਡ ਨੂੰ ਲੈ ਕੇ ਇੱਕ ਫਰੰਟ ਬਣਦਾ ਟੁੱਟ ਗਿਆ ਸੀ। ਹੁਣ ਇੱਕ ਵਾਰ ਫਿਰ ਤੋਂ ਨਿੱਜੀ ਹਿੱਤ ਅੱਗੇ ਆਗੇ ਲੱਗਦੇ ਆ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਸਾਰੇ ਇਹ ਲੀਡਰ ਜਿਹੜੇ ਹੁੰਦੇ ਆ ਆਪਣੇ ਨਿੱਜੀ ਹਿੱਤ ਪਹਿਲਾਂ ਅੱਗੇ ਲਿਆਉਂਦੇ ਆ, ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ। ਚੰਗੀ ਭਲੀ ਗੱਲ ਕਹਿੰਦੇ ਚੱਲ ਰਹੀ ਸੀ। ਢੀਂਡਸਾ ਸਾਹਿਬ ਨੇ ਬੜੇ ਵਧੀਆ ਕਹਿੰਦੇ ਬਿਆਨ ਦਿੱਤੇ ਸੀ ਕਿ ਅਸੀਂ ਕੋਈ ਅਹੁਦਾ ਨਹੀਂ ਲੈਣਾ ਜਾਂ ਕੋਈ ਵੀ ਗੱਲਬਾਤ ਨਹੀਂ ਇੱਦਾਂ ਦੀ ਕਰਨੀ, ਸਾਨੂੰ ਜਿਹੜਾ ਮਰਜ਼ੀ ਸੀਐਮ ਜਿਹੜਾ ਫਰੰਟ ਦਾ ਹੋ ਸਕਦਾ, ਸਾਨੂੰ ਕੋਈ ਇਤਰਾਜ਼ ਨਹੀਂ। ਤਾਂ ਇੱਕ ਵਧੀਆ ਬਿਆਨ ਜਿਹੜਾ ਮੰਨਿਆ ਜਾ ਰਿਹਾ ਸੀ, ਅਚਾਨਕ ਹਰਪਾਲ ਸਿੰਘ ਚੀਮਾ ਦਾ ਜਿਹੜਾ ਬਿਆਨ ਆਉਂਦਾ ਹੈ ਕਿ ਅਸੀਂ ਫਰੰਟ ਦੇ ਜਿਹੜਾ ਗਠਜੋੜ ਢੀਂਡਸਾ ਗਰੁੱਪ ਦੇ ਨਾਲ ਨਹੀਂ ਕਰਾਂਗੇ, ਢੀਂਡਸਾ ਗਰੁੱਪ ਨੂੰ ਸਗੋਂ ਦੀ ਅਸੀਂ ਆਪਣੇ ਨਾਲ ਸ਼ਾਮਿਲ ਕਰਾਂਗੇ। ਇਹ ਕਿੰਨਾ ਕੁ ਬਿਆਨ ਹਾਜ਼ਮ ਆਉਂਦਾ ਹਰਪਾਲ ਸਿੰਘ ਚੀਮਾ ਦਾ? ਸੁਖਵਿੰਦਰ ਜੀ ਦੇਖੋ, ਮੈਂ ਕੱਲ ਵੀ ਇਹ ਗੱਲ ਕਹੀ ਸੀਗੀ, ਜਦੋਂ ਇਦਾਂ ਦੇ ਗੱਠਜੋੜ ਹੁੰਦੇ ਨੇ ਉਹਨਾਂ ਦੇ ਇੱਕ ਆਪਣੇ ਹਿੱਤ ਹੁੰਦੇ ਨੇ, ਆਪਣੇ ਵਿੱਤ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਸੋ ਇਸ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਇਸ ਗਠਬੰਧਨ ਦੀ, ਉਹ ਮੈਂ ਇਸ ਲਈ ਅਸੰਭਵ ਕਹਿ ਰਿਹਾ ਸੀਗਾ ਕਿ ਇਹ ਜਦੋਂ ਅਸੀਂ ਵੱਖ-ਵੱਖ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਨੂੰ ਦੇਖਦੇ ਹਾਂ, ਜਿਹਦੇ ਵਿੱਚ ਅਕਾਲੀ ਦਲ ਡੈਮੋਕ੍ਰੈਟਿਕ ਸ਼ਾਮਲ ਹੈ, ਜਿਹਦੇ ਵਿੱਚ ਅਕਾਲੀ ਦਲ ਟਕਸਾਲੀ ਵੀ ਸ਼ਾਮਲ ਹੈ, ਜਿਹਦੇ ਵਿੱਚ ਬਸਪਾ ਸ਼ਾਮਲ ਹੁੰਦੀ ਹੈ, ਔਰ ਜਿਹਦੇ ਵਿੱਚ ਵੱਖ-ਵੱਖ ਜਿਹੜੇ ਨੇ ਵਿਅਕਤੀਗਤ ਜਿਹੜੇ ਲੀਡਰ ਨੇ, ਤੁਸੀਂ ਡਾਕਟਰ ਧਰਮਵੀਰ ਗਾਂਧੀ ਜੀ ਦੀ ਗੱਲ ਕੀਤੀ ਹੈ, ਸੁਖਪਾਲ ਖਹਿਰਾ ਦੀ ਗੱਲ ਕੀਤੀ ਹੈ, ਈਵਨ ਬੈਂਸ ਬ੍ਰਦਰ ਦੀ ਲੋਕ ਭਲਾਈ ਪਾਰਟੀ ਦੀ ਗੱਲ ਕੀਤੀ ਹੈ। ਇਹਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਇਹ ਬਣ ਦੀ ਲੱਕੜੀ ਇਕੱਠੀ ਹੁੰਦੀ ਹੈ ਤਾਂ ਬਹੁਤ ਸਾਰੀਆਂ ਦਿੱਕਤਾਂ ਹੋਣੀਆਂ ਇੱਕ ਸੁਭਾਵਿਕ ਗੱਲ ਹੈ, ਚਾਹੇ ਗੱਠਜੋੜ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ, ਦੋਨੇ ਹੀ ਹੁੰਦੇ ਨੇ। ਇਹ ਨਹੀਂ ਕਿ ਆਪਾਂ ਕਹਿ ਲਈਏ ਕਿ ਬਾਅਦ ਦੇ ਵਿੱਚ ਸਾਰਾ ਠੀਕ ਹੋ ਜਾਊਗਾ ਜੇ ਇੱਕ ਵਾਰੀ ਗੱਠਜੋੜ ਹੋ ਗਿਆ, ਜਾਂ ਪਹਿਲਾਂ ਗੱਠਜੋੜ ਬਣਨ ਤੋਂ ਪਹਿਲਾਂ ਜਿਹੜੀਆਂ ਸਮੱਸਿਆਵਾਂ ਨਹੀਂ ਆਉਣਗੀਆਂ। ਇਹ ਦੋਨੋਂ ਹੀ ਨਾਲ ਚੱਲਦੀਆਂ ਨੇ। ਸੋ ਇਸ ਕਰਕੇ ਜਿਹੜਾ ਇਹਨਾਂ ਨੇ ਕੋਸ਼ਿਸ਼, ਬੇਸ਼ੱਕ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਬਹੁਤ ਇਮਾਨਦਾਰੀ ਨਾਲ ਢੀਂਡਸਾ ਸਾਹਿਬ ਨੇ ਕੀਤੀ ਹੈ, ਪਰ ਕਿਉਂਕਿ ਹੁਣ ਇੱਕ ਜਿਹੜੀ ਪਾਰਟੀ, ਨਵੀਂ ਪਾਰਟੀ ਬਣੀ ਹੈ, ਬਹੁਤ ਹਜੇ ਉਹ ਸ਼ੁਰੂਆਤੀ ਦੌਰ ਹੈ ਉਹਦਾ, ਕਿਉਂਕਿ ਕਿਸੇ ਵੀ ਪਾਰਟੀ ਨੂੰ ਬਣਨ ਲੱਗਿਆ, ਚਾਹੇ ਢੀਂਡਸਾ ਸਾਹਿਬ ਨੇ ਅਕਾਲੀ ਦਲ ਡੈਮੋਕ੍ਰੈਟਿਕ ਬਣਾ ਲਿਆ, ਪਰ ਜਦੋਂ ਪਾਰਟੀ ਬਣਦੀ ਹੈ ਤਾਂ ਉਹਦਾ ਇੱਕ ਇਤਿਹਾਸ ਹੁੰਦਾ ਹੈ। ਉਹ ਕੋਈ ਲੋਕਾਂ ਦੇ ਲਈ ਲੜਦੀ ਹੈ ਜਾਂ ਉਹਦੇ ਕੋਈ ਮੁੱਦੇ ਹੁੰਦੇ ਨੇ, ਉਹ ਮੁੱਦਿਆਂ ਦੇ ਉੱਤੇ ਲੜਦੀ ਹੈ।
ਤਾਂ ਹੌਲੀ ਜਾ ਕੇ ਕਿਤੇ ਉਹਦੇ ਵਿੱਚੋਂ ਲੀਡਰਸ਼ਿਪ ਪੈਦਾ ਹੁੰਦੀ ਹੈ। ਤੁਸੀਂ ਚਾਹੇ ਅਕਾਲੀ ਦਲ ਦੀ ਵੀ ਆਪਾਂ ਇਤਿਹਾਸ, ਕੱਲ ਮੈਂ ਕਿਹਾ ਸੀਗਾ ਕਿ ਲਗਭਗ 100 ਸਾਲ ਦਾ ਇਤਿਹਾਸ ਹੈ, ਬਹੁਤ ਕੁਰਬਾਨੀਆਂ ਭਰਿਆ ਇਤਿਹਾਸ ਹੈ। ਇਸੇ ਤਰ੍ਹਾਂ ਕਾਂਗਰਸ ਦਾ ਇਤਿਹਾਸ ਹੈ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਇੱਕ ਇਤਿਹਾਸ ਹੈ। ਔਰ ਵੱਖ-ਵੱਖ ਘੋਲਾਂ ਚੋਂ ਨਿਕਲ ਕੇ, ਸੰਘਰਸ਼ਾਂ ਚੋਂ ਨਿਕਲ ਕੇ ਪਾਰਟੀਆਂ ਜਿਹੜੀਆਂ ਨੇ ਉਹ ਤਾਂ ਬਣਦੀਆਂ ਨੇ। ਹੁਣ ਇੱਥੇ ਕੀ ਹੋ ਰਿਹਾ ਹੈ, ਇੱਥੇ ਇੱਕ ਵੈਸੇ ਹੀ 4 ਬੰਦੇ ਇਕੱਠੇ ਹੋਏ, ਉਹਨਾਂ ਨੇ ਆਪਣੀ ਪਾਰਟੀ ਬਣਾ ਲਈ, ਠੀਕ ਹੈ ਨਾ। ਮੰਨ ਲਓ ਅਕਾਲੀ ਦਲ ਡੈਮੋਕ੍ਰੈਟਿਕ, ਅਕਾਲੀ ਦਲ ਉੱਥੋਂ ਵੱਖਰਾ ਹੋ ਗਿਆ, ਔਰ ਅਕਾਲੀ ਦਲ ਟਕਸਾਲੀ ਜਿਹੜੇ ਨੇ ਉਹ ਉੱਥੋਂ ਵੱਖਰੇ ਹੋ ਗਏ ਆਪਣੇ ਦੂਸਰੇ ਸਾਥੀਆਂ ਤੋਂ। ਸੋ ਏਦਾਂ ਪਾਰਟੀਆਂ ਨਾ ਬਣਦੀਆਂ ਨੇ, ਨਾ ਕੋਈ ਬਣਨ ਦੀਆਂ ਸੰਭਾਵਨਾਵਾਂ ਨੇ, ਨਾ ਹੀ ਉਹ ਜਿੱਤ ਸਕਦੀਆਂ ਨੇ। ਸੋ ਇਸ ਕਰਕੇ ਢੀਂਡਸਾ ਸਾਹਿਬ ਨੂੰ ਪਹਿਲਾਂ ਵੀ ਮੈਂ ਗੱਲ ਕਹੀ ਸੀਗੀ ਕਿ ਜਾਂ ਤਾਂ ਦੇਖੋ, ਇੰਤਜ਼ਾਰ ਕਰੋ, ਵੇਟ ਕਰੋ, ਔਰ ਲੋਕਾਂ ਦੇ ਮੁੱਦਿਆਂ ਦੇ ਉੱਤੇ ਖੁਦ ਲੜੋ, ਠੀਕ ਹੈ ਨਾ, ਉਹਦੇ ਵਿੱਚੋਂ ਲੀਡਰਸ਼ਿਪ ਤੁਹਾਡੀ ਨਿਕਲੇ। ਪਰ ਉਹ ਕੀ ਚਾਹੁੰਦੇ ਨੇ ਕਿ ਦੂਜੀਆਂ ਪਾਰਟੀਆਂ ਦੇ ਸਹਾਰੇ ਦੂਸਰੇ ਪਾਰਟੀ, ਚਾਹੇ ਉਹ ਨਵਜੋਤ ਸਿੰਘ ਸਿੱਧੂ ਦੀ ਵੀ ਕਹਿ ਰਹੇ ਸੀ ਕਿ ਉਹ ਅੱਗੇ ਆਉਣ, ਅੱਗੇ ਲੱਗਣ, ਅਸੀਂ ਉਹਨਾਂ ਦੇ ਪਿੱਛੇ ਲੱਗਣ ਨੂੰ ਤਿਆਰ ਹਾਂ। ਕਦੇ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਆ ਜੇ, ਅਸੀਂ ਉਹਨਾਂ ਦੇ ਪਿੱਛੇ ਲੱਗਣ ਨੂੰ ਤਿਆਰ ਹਾਂ। ਸੋ ਜਦੋਂ ਏਦਾਂ ਦੇ ਬਿਆਨਬਾਜ਼ੀ ਹੁੰਦੀ, ਡਾਕਟਰ ਸਾਹਿਬ ਗੱਲ ਇਹ ਹੈ ਕਿ ਉਹਨਾਂ ਨੇ ਤਾਂ ਸਾਫ਼ ਬਿਆਨ ਦਿੱਤਾ ਸੀ ਕਿ ਜਿਹੜੇ ਵੀ ਪਾਰਟੀ, ਜਿਹੜੇ ਪੰਜਾਬ ਦੇ ਸੁਹਿਰਦ ਲੋਕ ਨੇ, ਪੰਜਾਬ ਨੂੰ ਚਾਹੁਣ ਵਾਲੇ ਲੋਕ ਨੇ, ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਲੋਕ ਨੇ, ਅਸੀਂ ਉਹਨਾਂ ਦੇ ਮਗਰ ਲੱਗਣ ਨੂੰ ਵੀ ਤਿਆਰ ਆ, ਸਾਰੇ ਰਲ ਕੇ। ਉਹਨਾਂ ਦਾ ਸਪਸ਼ਟ ਹੈ ਕਿ ਇਹ ਜਿਹੜੀਆਂ ਸਿਆਸੀ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਅੰਦਰ ਆਪਣੀਆਂ ਜੜ੍ਹਾਂ ਇਸ ਤਰੀਕੇ ਨਾਲ ਸਥਾਪਿਤ ਕਰ ਚੁੱਕੀਆਂ ਨੇ ਕਿ ਇਹ ਇਕੱਲਿਆਂ ਜਿਹੜੀਆਂ ਇਹਨਾਂ ਦੀਆਂ ਜੜ੍ਹਾਂ ਨਹੀਂ ਪੱਟ ਸਕਦੇ। ਇਸੇ ਲਈ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਰਲ ਕੇ ਚੋਣਾਂ ਜਿਹੜੀਆਂ ਲੜ ਰਹੀ। ਦੇਖੋ ਇਹ ਗੱਲ ਕਹਿਣੀ ਬਹੁਤ ਸੌਖੀ ਹੈ। ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਰੇ ਕਹਿੰਦੇ ਨੇ ਜੀ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ। ਦੱਸੋ ਵੀ ਕਿਹੜਾ ਬੰਦਾ ਹੈ ਦੁਨੀਆ ਦਾ ਜਾਂ ਪੰਜਾਬੀ ਕਿਹੜਾ ਕਹੇਗਾ ਕਿ ਮੈਂ ਪੰਜਾਬ ਦਾ ਹਿਤੈਸ਼ੀ ਨਹੀਂ ਹਾਂ। ਅਕਾਲੀ ਦਲ ਸੁਖਬੀਰ ਬਾਦਲ ਹੋਰੀ ਬੜੇ ਜ਼ੋਰ ਸ਼ੋਰ ਨਾਲ ਕਹਿ ਰਹੇ ਨੇ ਕਿ ਅਸੀਂ ਤਾਂ ਸਭ ਤੋਂ ਵੱਡੇ ਹਿਤੈਸ਼ੀ ਅੱਜ ਪੰਜਾਬ ਦੇ ਅਸੀਂ ਹਾਂ। ਈਵਨ ਭਾਜਪਾ ਕਹਿ ਰਹੀ ਹੈ, ਭਾਜਪਾ ਜਿਹੜੀ ਹੈਗੀ ਆ, ਜਿਹਨੂੰ ਲੋਕ ਨਕਾਰ ਰਹੇ ਨੇ, ਉਹ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਵੱਡੇ ਹਿਤੈਸ਼ੀ ਹਾਂ, ਔਰ ਸਾਨੂੰ ਕਿਸਾਨ ਜਿਹੜੇ ਨੇ 22 ਦੇ ਵਿੱਚ ਵੋਟਾਂ ਪਾਉਣਗੇ ਤੇ ਸਾਡੀ ਸਰਕਾਰ ਬਣਾਉਣਗੇ। ਸੋ ਕਹਿਣ ਦਾ ਮਤਲਬ, ਕਹਿਣ ਦੀਆਂ ਗੱਲਾਂ ਜਦੋਂ ਅਸੀਂ ਬਿਆਨਬਾਜ਼ੀ ਕਰਦੇ ਹਾਂ ਉਹ ਕੋਈ ਹੋਰ ਚਿਹਰਾ ਹੁੰਦਾ, ਜਦੋਂ ਰਿਐਲਿਟੀ ਹੁੰਦੀ ਆ ਉਹਦੇ ਪਿੱਛੇ ਜਿਹੜੀ ਹਕੀਕਤਾਂ ਛੁਪੀਆਂ ਹੁੰਦੀਆਂ ਨੇ ਉਹਦੇ ਵਿੱਚ ਵੱਖਰੀਆਂ ਹੁੰਦੀਆਂ ਨੇ। ਜਿਵੇਂ ਆਪਾਂ ਚਲੋ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਗੱਲ ਕਰੀਏ, ਆਪਾਂ ਨੂੰ ਪਤਾ ਹੈ ਕਿ ਉਹ ਸਾਰੀਆਂ ਮਲਾਈਆਂ ਖਾ ਚੁੱਕੇ ਨੇ। ਸਾਰਾ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ, ਬਾਦਲ, ਜਦੋਂ ਬਾਦਲ ਅਕਾਲੀ ਦਲ ਦੇ ਨਾਲ ਸੀਗਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਉਹਨਾਂ ਦੀ ਪੂਰੀ ਤੁਸੀਂ ਦੇਖੋ ਕਿ ਕੋਈ ਵੀ ਅਹੁਦਾ ਹੋਵੇ ਔਰ ਕੋਈ ਵੀ ਜਿਹੜੀ ਹੈਗੀ ਹੈ, ਚਾਹੇ ਉਹ ਰਾਜ ਸਭਾ ਹੋਵੇ ਜਾਂ ਹੋਰ ਮਿਨਿਸਟਰੀ ਹੋਵੇ, ਚਾਹੇ ਪੰਜਾਬ ਦੀ ਗੱਲ ਹੋਵੇ, ਇੱਥੋਂ ਤੱਕ ਕਿ ਜਿਹੜਾ ਕੱਲ ਅਕਾਲੀ ਦਲ ਬਾਦਲ ਵੱਲੋਂ ਬਿਆਨ ਆਉਂਦਾ ਹੈ ਕਿ ਇਹ ਕੱਲ ਦਾ ਛੋਕਰੇ ਨੂੰ ਅਸੀਂ ਜਿਹੜਾ ਸੀਗਾ ਬਣਾਇਆ, ਮੰਤਰੀ ਬਣਾਤਾ। ਤੁਸੀਂ ਦੇਖੋਗੇ ਪਰਮਿੰਦਰ ਢੀਂਡਸੇ ਨੂੰ ਵੀ ਅਗਲੀ, ਯਾਨੀ ਕਿ ਮੇਰਾ ਮਤਲਬ ਹੈ ਅਗਲੀਆਂ ਪੀੜ੍ਹੀਆਂ ਤੱਕ ਜਿਹੜੇ ਨੇ ਲੋਕ ਜਿਹੜੇ ਨੇ ਇਹ ਉਹਨਾਂ ਦਾ ਕਿਉਂ ਨਹੀਂ ਪਾਈ? ਕੀ ਲੱਗਦਾ ਕਿ ਗੱਲ ਬਣ ਕਿਉਂ ਨਹੀਂ ਪਾਈ? ਕਿਉਂਕਿ ਬਿਆਨ ਜੇਕਰ ਆਪਾਂ ਦੇਖੀਏ ਤਾਂ ਕੋਈ ਬਹੁਤਾ ਗਲਤ ਨਹੀਂ ਸੀ। ਉਹ ਕਹਿੰਦੇ ਕਿ ਅਸੀਂ ਰਲ ਕੇ ਤਾਂ ਹੋਰ ਜਿਹੜੇ ਬੈਂਸ, ਖਹਿਰਾ, ਸਿੱਧੂ ਜਾਂ ਹੋਰ ਜਿਹੜੇ ਹੈਗੇ ਆ, ਉਹਨਾਂ ਦੇ ਨਾਲ ਰਲ ਕੇ ਅਸੀਂ ਚੱਲਣ ਨੂੰ ਤਿਆਰ ਆ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਮੈਂ ਵਿਧਾਨ ਸਭਾ ਦੀ ਚੋਣ ਨਹੀਂ ਲੜਨੀ। ਇਹ ਵੀ ਗੱਲ ਕਹਿਤੀ ਕਿ ਜੇ ਕੋਈ ਸੋਚਦਾ ਹੋਵੇ ਕਿ ਪਰਮਿੰਦਰ ਸਿੰਘ ਢੀਂਡਸਾ ਆਪਣੇ ਆਪ ਨੂੰ ਸੀਐਮ ਦਾ ਉਮੀਦਵਾਰ ਸਮਝ ਰਿਹਾ ਹੋਵੇ ਤਾਂ ਇਹ ਵੀ ਗੱਲ ਨਹੀਂ। ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿ ਆਮ ਆਦਮੀ ਪਾਰਟੀ ਵੱਡੀ ਪਾਰਟੀ ਹੈ, ਜੇਕਰ ਪੂਰੇ ਫਰੰਟ ਦੇ ਵਿੱਚ ਵੀ ਉਹ ਅੱਗੇ ਲੱਗ ਕੇ ਚੱਲਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ। ਸੀਐਮ ਦਾ ਚਿਹਰਾ ਵੀ ਦੇਵੇ, ਸੀਐਮ ਦਾ ਚਿਹਰਾ ਵੀ ਵੱਡੀ ਪਾਰਟੀ ਹੀ ਦਿੰਦੀ ਹੁੰਦੀ ਹੈ। ਤਾਂ ਫਿਰ ਸਾਰੀ ਗੇਮ ਹੀ ਉਹਨਾਂ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ ਗਈ ਸੀ। ਸਿਰਫ ਇੰਨੀ ਗੱਲ ਸੀ ਕਿ ਰਲ ਕੇ ਚੱਲਣਾ। ਇਹ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਜੇਕਰ ਮਨਜ਼ੂਰ ਨਹੀਂ ਤਾਂ ਫਿਰ ਕੀ ਲੱਗਦਾ ਕਿ ਕਿਉਂ ਮਨਜ਼ੂਰ ਨਹੀਂ ਹੋਇਆ ਉਹਨਾਂ ਨੂੰ? ਦੇਖੋ, ਮੈਂ ਇਹੀ ਗੱਲ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਕੀ ਸੋਚ ਰਹੀ ਹੈ ਇਸ ਵੇਲੇ। ਆਮ ਆਦਮੀ ਪਾਰਟੀ ਇਹ ਸੋਚ ਰਹੀ ਹੈ ਕਿ ਪਾਰਟੀ ਜਿਹੜੀ ਹੈਗੀ ਹੈ ਇੱਕ ਸੰਘਰਸ਼ ਚੋਂ ਨਿਕਲੀ ਪਾਰਟੀ ਹੈ, ਉਹਦਾ ਆਪਣਾ ਸਟਰਕਚਰ ਹੈ। ਮੰਨ ਲਓ ਉਹ ਨਵੇਂ ਬੰਦਿਆਂ ਨੂੰ ਭਰਤੀ ਕਰਦੀ ਹੈ, ਮੰਨ ਲਓ ਕੋਈ ਹੋਰ ਦੂਸਰੀਆਂ ਪਾਰਟੀਆਂ ਨੂੰ ਦੇ ਬੰਦਿਆਂ ਨੂੰ ਅੰਦਰ ਰਲਾਉਂਦੀ ਹੈ ਆਪਣੇ ਨਾਲ, ਉਹਨਾਂ ਨਾਲ ਸਮਝੌਤਾ ਕਰਦੀ ਹੈ, ਤਾਂ ਉਹਨਾਂ ਦੇ ਬੰਦੇ ਜਿਹੜੇ, ਇੱਕ ਉਹਨਾਂ ਨੂੰ ਉਮੀਦ ਹੈ ਕਿ ਸਾਨੂੰ ਟਿਕਟ ਮਿਲੇਗੀ, ਸਾਨੂੰ ਅਹੁਦੇ ਮਿਲਣਗੇ, ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਲੱਗੇ ਨੇ, ਤਾਂ ਕਿਤੇ ਨਾ ਕਿਤੇ ਇਹ ਲੋਕ ਉਹ ਨੇ ਜਿਹੜੇ ਪੰਜਾਬ ਦੀ ਹਿੱਤਾਂ ਦੀ ਗੱਲ ਕਰਦੇ ਆ, ਪਰ ਦਿਲ ਦੇ ਵਿੱਚ ਇਹਨਾਂ ਦੇ ਆਪਦੇ ਨਿੱਜੀ ਹਿੱਤ ਨੇ। ਮੈਂ ਉਹੀ ਗੱਲ ਕਰ ਰਿਹਾ। ਮੈਂ ਇਹੀ ਕਹਿ ਰਿਹਾ ਕਿ ਜਦੋਂ ਦੇਖੋ ਟਿਕਟਾਂ ਦਾ ਮੰਗਣਗੇ, ਮੰਨ ਲਓ ਸੁਖਦੇਵ ਸਿੰਘ ਢੀਂਡਸਾ ਇਹ ਕਹਿੰਦੇ ਨੇ ਕਿ ਮੈਂ ਖੁਦ ਟਿਕਟ ਨਹੀਂ ਲੜਾਂਗਾ, ਪਰ ਪਰਮਿੰਦਰ ਢੀਂਡਸੇ ਲਈ ਤਾਂ ਉਹ ਟਿਕਟ ਮੰਗਣਗੇ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਉਹ ਤਾਂ ਚਾਹੁੰਗੇ ਕਿ ਘੱਟੋ ਘੱਟ ਪਰਮਿੰਦਰ ਢੀਂਡਸਾ ਜਿਹੜਾ ਹੈਗਾ ਉਹ ਅੱਗੇ ਆਵੇ। ਇਸੇ ਤਰ੍ਹਾਂ ਟਕਸਾਲੀ ਜਿਹੜੇ ਨੇ, ਉਹ ਟਕਸਾਲੀ ਵੀ ਆਪਣੇ ਬੱਚਿਆਂ ਲਈ ਟਿਕਟ ਮੰਗਣਗੇ।
ਇਸੇ ਤਰ੍ਹਾਂ ਖਹਿਰਾ ਸਾਹਿਬ, ਧਰਮਵੀਰ ਗਾਂਧੀ ਜੀ, ਇਹ ਸਾਰੇ ਕੁਛ ਨਾ ਕੁਛ ਤਾਂ ਦੇਖੋ, ਜਦੋਂ ਤੁਸੀਂ ਕਿਸੇ ਵੀ ਪਾਰਟੀ ਦੇ ਵਿੱਚ ਜਾਂ ਕਿਸੇ ਗਠਬੰਧਨ ਦੇ ਵਿੱਚ ਸ਼ਿਫਟ ਹੁੰਦੇ ਹੋ ਤਾਂ ਲਾਜ਼ਮੀ ਤੌਰ ਤੇ ਤੁਹਾਡੇ ਹਿੱਤ ਤਾਂ ਹੁੰਦੇ ਹੀ ਹੁੰਦੇ ਨੇ। ਹਿੱਤਾਂ ਤੋਂ ਬਿਨਾਂ ਤਾਂ ਤੁਸੀਂ ਗੱਠਜੋੜ ਕਰ ਹੀ ਨਹੀਂ ਸਕਦੇ। ਸੋ ਉਹ ਹਿੱਤ ਜਿਹੜੇ ਨੇ ਉਹ ਆਪਸ ਦੇ ਵਿੱਚ ਟਕਰਾਉਂਦੇ ਨੇ। ਜਦੋਂ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਦੇਖੋ, ਆਮ ਆਦਮੀ ਪਾਰਟੀ ਦੇ ਆਪਣੇ ਹਿੱਤ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਸਟਰਕਚਰ ਹੈ, ਸਾਡੇ ਕੋਲ ਲੀਡਰਸ਼ਿਪ ਆ ਰਹੀ ਹੈ, ਸਾਨੂੰ ਲੋਕ ਫੋਲੋ ਕਰ ਰਹੇ ਨੇ, ਸਾਨੂੰ ਜਿਹੜਾ ਦਿੱਲੀ ਦਾ ਉਹਨਾਂ ਦਾ ਮਾਡਲ ਹੈ ਉਸ ਨੂੰ ਲੋਕ ਮੰਨਦੇ ਨੇ। ਲੋਕ ਨਾ ਬਹੁਤ ਸਾਰੇ ਗੱਲਾਂ ਕਰਦੇ ਹੁੰਦੇ ਆ ਕਿ ਭਗਵੰਤ ਮਾਨ ਜਿਹੜੇ ਹੈਗੇ ਆ ਪਾਰਟੀ ਨੂੰ ਪ੍ਰਫੁੱਲਤ ਨਹੀਂ ਹੋਣ ਦੇ ਰਹੇ, ਜਿਸ ਤਰੀਕੇ ਦੇ ਨਾਲ ਇਲਜ਼ਾਮ ਲੱਗਦੇ ਰਹੇ ਆ ਭਗਵੰਤ ਮਾਨ ਤੇ, ਇਸੇ ਤਰੀਕੇ ਦੇ ਮੈਨੂੰ ਇਲਜ਼ਾਮ ਇੱਥੇ ਵੀ ਲੱਗਦੇ ਹੋਏ ਦਿਖਾਈ ਦੇ ਰਹੇ ਆ। ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕੱਲ ਗੱਲਾਂ ਬਾਤਾਂ ਹੋਈਆਂ, ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਹਾਈ ਕਮਾਨ ਦੇ ਦੋ ਸੀਨੀਅਰ ਲੀਡਰਾਂ ਦੇ ਨਾਲ ਜਿਹੜੀ ਗੱਲਬਾਤ ਸੁਖਦੇਵ ਸਿੰਘ ਢੀਂਡਸਾ ਦੀ ਹੋਈ ਹੈ, ਉਸ ਤੋਂ ਬਾਅਦ ਪੰਜਾਬ ਲੀਡਰਸ਼ਿਪ ਦਾ ਬਿਆਨ ਆਉਂਦਾ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਪਾਰਟੀ ਜਿਹੜੀ ਪੰਜਾਬ ਦਾ ਕੇਡਰ ਹੈ, ਪੰਜਾਬ ਦੀ ਲੀਡਰਸ਼ਿਪ ਹੈ, ਉਹ ਕਿਤੇ ਨਾ ਕਿਤੇ ਘਬਰਾਈ ਹੋਈ ਹੋ ਸਕਦੀ ਹੈ, ਕਿਤੇ ਨਾ ਕਿਤੇ ਇਹ ਵੀ ਸੋਚ ਰਹੀ ਹੋ ਸਕਦੀ ਹੈ ਕਿ ਸਾਡੀ ਲੀਡਰਸ਼ਿਪ ਨੂੰ ਬਾਈਪਾਸ ਕਰਕੇ ਦਿੱਲੀ ਦੀ ਹਾਈ ਕਮਾਨ ਲੀਡਰ ਨੂੰ ਸਿੱਧਾ ਜਿਹੜਾ ਮਿਲਿਆ ਜਾ ਰਿਹਾ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ, ਵੱਡੇ ਲੀਡਰ ਨੇ, ਕਿਤੇ ਕੋਈ ਨਵਾਂ ਹੀ ਸਪਨਾ ਕੱਢ ਦੇਣ, ਕਿਤੇ ਨਾ ਕਿਤੇ ਇਸ ਕਰਕੇ ਵੀ ਘਬਰਾਈ ਹੋਈ ਹੋ ਸਕਦੀ ਹੈ ਜਾਂ ਡਰੀ ਹੋਈ ਹੋ ਸਕਦੀ ਹੈ ਜਾਂ ਫਿਰ ਨਾਰਾਜ਼ ਹੋ ਸਕਦੀ ਹੈ ਜਿਹੜੀ ਪੰਜਾਬ ਕੇਡਰ ਦੀ ਲੀਡਰਸ਼ਿਪ ਕਿ ਸੁਖਦੇਵ ਸਿੰਘ ਢੀਂਡਸਾ ਸਾਡੀ ਹਾਈ ਕਮਾਨ ਨੂੰ ਸਿੱਧਿਆਂ ਕਿਉਂ ਮਿਲ ਰਹੇ ਆ। ਹਾਂ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਇਹੀ ਗੱਲ ਜਿਹੜੀ ਕਹਿਣਾ ਚਾਹੁੰਦਾ ਕਿ ਜਦੋਂ ਇਦਾਂ ਦੇ ਗਠਬੰਧਨ ਬਣਦੇ ਨੇ, ਉਹ ਗਠਬੰਧਨ ਤੋਂ ਪਹਿਲਾਂ ਵੀ ਦਿੱਕਤਾਂ ਆਉਂਦੀਆਂ ਨੇ, ਬਾਅਦ ਦੇ ਵਿੱਚ ਵੀ ਦਿੱਕਤਾਂ ਆਉਂਦੀਆਂ। ਪਹਿਲਾਂ ਦੀ ਦਿੱਕਤ ਇਹ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੰਨ ਲਓ ਉਹਨਾਂ ਨੇ ਕਿਸੇ ਵੱਡੇ ਲੀਡਰ ਨਾਲ, ਦਿੱਲੀ ਵਾਲੇ ਨਾਲ ਕੋਈ ਗੱਲ ਕਰ ਲਈ, ਠੀਕ ਹੈ ਨਾ, ਉਹ ਪੰਜਾਬ ਵਾਲਿਆਂ ਨੂੰ ਮਨਜ਼ੂਰ ਨਹੀਂ ਹੈ, ਬਿਲਕੁਲ ਹੋ ਸਕਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਇੱਥੋਂ ਤੱਕ ਹੀ ਸੀਮਿਤ ਰਹਿ ਜਾਏਗੀ। ਇਹਦੇ ਵਿੱਚ ਹੁਣ ਮੰਨ ਲਓ ਇਹ ਸੁਖਦੇਵ ਸਿੰਘ ਢੀਂਡਸਾ ਚੀਮਾ ਸਾਹਿਬ ਨਾਲ ਗੱਲ ਕਰਦੇ ਨੇ। ਹੁਣ ਮੰਨ ਲਓ ਭਗਵੰਤ ਮਾਨ ਨੂੰ ਲੱਗੇ ਕਿ ਚੀਮਾ ਸਾਹਿਬ ਨਾਲ ਗੱਲ ਕਰ ਲਈ, ਭਗਵੰਤ ਮਾਨ ਨਾਲ ਕਿਉਂ ਨਹੀਂ ਕੀਤੀ। ਮੰਨ ਲਓ ਜਾਂ ਦੂਜੇ ਐਮਐਲਏ ਸਾਹਿਬਾਨ ਸੋਚਣ ਕਿ ਫਲਾਣੇ ਬੰਦੇ ਨਾਲ ਗੱਲ ਕਰ ਲਈ, ਸਾਡੇ ਨਾਲ ਕਿਉਂ ਨਹੀਂ ਕੀਤੀ। ਸੋ ਇਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਇੱਕ ਕੁਦਰਤੀ ਵਰਤਾਰਾ ਹੈ, ਕਿਉਂਕਿ ਮੈਂ ਹੀ ਦੁਬਾਰਾ ਬਾਰ-ਬਾਰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿੰਨੀ ਦੇਰ ਤੁਹਾਡੇ ਕੋਲੇ ਸਟਰਕਚਰ ਨਹੀਂ ਹੁੰਦਾ, ਜਿੰਨੀ ਦੇਰ ਤੁਹਾਡੇ ਕੋਲੇ ਸੰਗਠਨ ਨਹੀਂ ਹੁੰਦਾ ਕਿਸੇ ਵੀ ਪਾਰਟੀ ਕੋਲੇ, ਉਨੀ ਦੇਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ। ਹੁਣ ਕਿਉਂਕਿ ਇਹ ਨਵੀਆਂ ਪਾਰਟੀਆਂ ਨੇ, ਆਪਾਂ ਦੇਖਦੇ ਹਾਂ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਹਜੇ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਹਜੇ ਆਏ ਨੇ ਉਹ, ਔਰ ਅਜੇ ਜੇ ਉਹ ਕਹਿਣਗੇ ਵੀ ਪਾਰਟੀ ਬਣਾ ਕੇ ਅਸੀਂ ਕੋਈ ਨਾ ਕੋਈ ਇੱਥੇ ਕੋਈ ਨਵਾਂ ਕੋਈ ਇੱਥੇ ਨਵੀਂ ਚੀਜ਼ ਪੈਦਾ ਕਰ ਦਾਂਗੇ, ਜਾਂ ਪਾਰਟੀ ਨੂੰ ਇਹ ਵੀ ਗੱਲ ਸਮਝਣੀ ਚਾਹੀਦੀ ਹੈ ਕਿ ਨਹੀਂ, ਕਿਤੇ ਨਾ ਕਿਤੇ ਕਿ ਐਕਸਪੀਰੀਅੰਸ ਵੀ ਕੋਈ ਵੱਡੀ ਚੀਜ਼ ਹੈ। ਆਮ ਆਦਮੀ ਪਾਰਟੀ ਨੇ ਮਾਤ ਕਿਉਂ ਖਾਧੀ? ਆਮ ਆਦਮੀ ਪਾਰਟੀ ਦੇ ਕੋਲੇ ਜਿਹੜੇ ਹੈਗੇ ਐਕਸਪੀਰੀਅੰਸ ਲੀਡਰ ਹੈ ਨਹੀਂ ਸੀ, ਇਸੇ ਕਰਕੇ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਮਾਤ ਖਾਧੀ। ਠੀਕ ਹੈ, ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਵੀਂ ਨਿਕਲੀ ਹੈ, ਪਰ ਸੁਖਦੇਵ ਸਿੰਘ ਢੀਂਡਸਾ ਸਿਆਸਤ ਦੇ ਵਿੱਚ ਨਵੇਂ ਨਹੀਂ ਨੇ। ਚਲੋ ਇਹ ਵੀ ਗੱਲ ਕਰ ਲੈਂਦੇ ਹਾਂ। ਹਰਪਾਲ ਸਿੰਘ ਚੀਮਾ ਦੇ ਵੱਲੋਂ ਖਾਸ ਤੌਰ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਹ ਲੋਕਾਂ ਦੇ ਨਾਲ ਗੱਠਜੋੜ ਨਹੀਂ ਹੋ ਸਕਦਾ। ਸਾਫ਼ ਤੌਰ ਤੇ ਸੁਖਪਾਲ ਸਿੰਘ ਖਹਿਰਾ ਨੂੰ ਜਵਾਬ ਦਿੱਤਾ ਗਿਆ। ਬਿਲਕੁਲ, ਦੇਖੋ ਆਮ ਆਦਮੀ ਪਾਰਟੀ ਸ਼ੁਰੂ ਤੋਂ ਇਹ ਗੱਲ ਕਹਿ ਰਹੀ ਹੈ ਕਿ ਜਿਹੜੇ ਲੋਕਾਂ ਨੇ, ਮੰਨ ਲਓ ਆਪਾਂ ਕਹਿੰਦੇ ਆ ਕਿ ਦੁਬਾਰਾ ਆ ਜਾਂਦੇ ਨੇ ਸੁਖਪਾਲ ਖਹਿਰਾ, ਤਾਂ ਕੀ ਗਰੰਟੀ ਹੈ ਕਿ ਉਹ ਪਾਰਟੀ ਨੂੰ ਨਹੀਂ ਤੋੜਨ ਦੀ ਕੋਸ਼ਿਸ਼ ਕਰਨਗੇ? ਤਾਂ ਮਤਲਬ ਪੱਕਾ ਹੀ ਹੈ। ਸੋ ਇਸ ਕਰਕੇ ਜਿਹੜੀ ਹੈਗੀ ਆਮ ਆਦਮੀ ਪਾਰਟੀ ਇਦਾਂ ਦੇ ਬੰਦਿਆਂ ਨੂੰ ਨਹੀਂ ਲਏਗੀ, ਨਾ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਨਹੀਂ ਲਏਗੀ, ਔਰ ਜਿਹੜੇ ਵੀ ਉਹਨਾਂ ਉਸ ਪਾਰਟੀ ਚੋਂ ਬਾਹਰ ਇੱਕ ਵਾਰੀ ਹੋ ਚੁੱਕੇ ਨੇ, ਇੱਕ ਵਾਰੀ ਪਾਰਟੀ ਦਾ ਡਿਸੀਜਨ ਹੋ ਚੁੱਕਿਆ ਹੈ, ਤਾਂ ਦੁਬਾਰਾ ਉਹਨਾਂ ਦਾ ਵਾਪਸੀ ਜਿਹੜਾ ਹੋਣੀ ਹੈ, ਮੈਨੂੰ ਲੱਗਦਾ ਕਿ ਕਾਫੀ ਔਖਾ ਕੰਮ ਨਜ਼ਰ ਆ ਰਿਹਾ ਹੈ। ਤੁਸੀਂ ਗੱਲ ਕੀਤੀ ਸੀਗੀ ਕਿ ਚੀਮਾ ਸਾਹਿਬ ਜਿਹੜੇ ਨੇ ਉਹ ਕਿਉਂ ਜਵਾਬ ਦੇ ਰਹੇ ਨੇ। ਮੈਨੂੰ ਇਹ ਲੱਗਦਾ ਹੈ ਕਿ ਪਿਛਲੇ ਵਾਰੀ ਜਿਹੜੀ ਵੱਡੀ ਹਾਰ ਦਾ ਕਾਰਨ ਉਹ ਇਹੀ ਸੀਗਾ ਕਿ ਵੱਖ-ਵੱਖ ਪਾਰਟੀਆਂ ਤੋਂ ਜਦੋਂ ਲੋਕ ਲਿਆਂਦੇ ਗਏ, ਚਾਹੇ ਉਹ ਅਕਾਲੀ ਦਲ ਚੋਂ ਆਏ, ਚਾਹੇ ਉਹ ਕਾਂਗਰਸ ਚੋਂ ਆਏ ਜਾਂ ਹੋਰ ਪਾਰਟੀਆਂ ਚੋਂ ਆਏ, ਤਾਂ ਲੋਕਾਂ ਦੀ ਜਿਹੜੀ ਇੱਕ ਸਵਾਲ ਇਹ ਸੀਗਾ ਕਿ ਜੇ ਇਹੀ ਬੰਦੇ ਲਿਆਉਣੇ ਆ, ਜੇ ਇਹਨਾਂ ਪੁਰਾਣੀਆਂ ਪਾਰਟੀਆਂ ਚੋਂ ਲਿਆਉਣੇ ਆ, ਤਾਂ ਅਸੀਂ ਤੁਹਾਡੇ ਨਵੀਂ ਪਾਰਟੀ ਨੂੰ ਕਿਉਂ ਅਸੀਂ ਵੋਟਾਂ ਪਾਈਏ? ਕਿਉਂਕਿ ਗੱਲ ਤਾਂ ਉਹੀ ਸੀਗੀ। ਗੱਲ ਤਾਂ ਜੇ ਤੁਸੀਂ ਨਵੇਂ ਪਾਰਟੀ ਨੂੰ ਪੁਰਾਣੇ ਬੰਦਿਆਂ ਦੇ ਨਾਂ ਦੇ ਉੱਤੇ ਲੜਾਓਗੇ
ਤਾਂ ਲਾਜ਼ਮੀ ਤੌਰ ਤੇ ਲੋਕਾਂ ਦੀ ਨਿਰਾਸ਼ਾ ਜਿਹੜੀ ਹੈਗੀ ਵਧੇਗੀ, ਕਿਉਂਕਿ ਲੋਕ ਤਾਂ ਚਾਹੁੰਦੇ ਸੀ ਕਿ ਕੋਈ ਨਵੇਂ ਬੰਦੇ ਲੈ ਕੇ ਆਉਣਗੇ। ਪਰ ਤੁਸੀਂ ਦੇਖੋ ਕਿ ਜਿਹੜੇ 20 ਦੇ 20 ਬੰਦੇ ਜਿਤਾਏ ਨੇ ਆਮ ਆਦਮੀ ਪਾਰਟੀ ਦੇ, ਉਹ ਇਸੇ ਲਈ ਜਿਤਾਏ ਕਿ ਉਹ ਬਿਲਕੁਲ ਨਵੇਂ ਸੀਗੇ, ਉਹਨਾਂ ਚੋਂ ਬਹੁਤੇ, ਸਿਰਫ 2 ਨੂੰ ਛੱਡ ਕੇ। ਸੋ ਇਸ ਕਰਕੇ ਲੋਕ ਕੀ ਚਾਹੁੰਦੇ ਨੇ, ਲੋਕ ਨਵੀਂ ਵਿਚਾਰਧਾਰਾ ਚਾਹੁੰਦੇ ਨੇ, ਨਵੇਂ ਵਿਚਾਰਾਂ ਨੂੰ, ਜਿਹੜੇ ਲੋਕਾਂ ਦੇ ਲਈ ਖੜਨ ਵਾਲੇ ਲੋਕ ਨੇ ਔਰ ਨਵੇਂ ਲੋਕ ਨੇ, ਉਹਨਾਂ ਨੂੰ ਉਹ ਨਾਲ ਰਲਾਉਣਾ ਚਾਹੁੰਦੇ ਨੇ। ਸੋ ਇਸ ਕਰਕੇ ਆਮ ਆਦਮੀ ਪਾਰਟੀ, ਮੈਨੂੰ ਲੱਗਦਾ ਹੈ, ਉਹਨੂੰ ਇਸ ਗੱਲ ਸੋਚਣੀ ਚਾਹੀਦੀ ਹੈ ਕਿ ਜੇ ਉਹੀ ਪੁਰਾਣੇ ਚਿਹਰੇ ਤੁਸੀਂ ਨਵੀਂ ਸੋਚ ਦੇ ਨਾਲ ਲੈ ਕੇ ਆਓਗੇ ਤਾਂ ਲੋਕ ਉਹਨੂੰ ਐਕਸੈਪਟ ਨਹੀਂ ਕਰਨਗੇ। ਸੋ ਨਵੇਂ ਚਿਹਰੇ ਲਿਆਉਣੇ ਪੈਣਗੇ, ਨਵੀਂ ਸੋਚ ਲਿਆਉਣੀ ਪਏਗੀ ਔਰ ਲੋਕਾਂ ਨੂੰ ਕੁਝ ਡਿਲੀਵਰ ਕਰਨਾ ਪਏਗਾ। ਉੱਦਾਂ ਦੇ ਜਿਹੜੇ ਨੇ ਤੁਹਾਨੂੰ ਪੰਜਾਬ ਦੇ ਲਈ ਜਿਹੜਾ ਹੈਗਾ ਮੈਨੀਫੈਸਟੋ ਤਿਆਰ ਕਰਨਾ ਪਏਗਾ। ਪੰਜਾਬ ਦੇ ਲਈ ਜਿਹੜੇ ਇਸ ਵੇਲੇ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੇ, ਉਹਨਾਂ ਦੇ ਉੱਤੇ ਫੋਕਸ ਕਰਕੇ ਲੜਾਈ ਲੜਨੀ ਪੈ ਸਕਦੀ ਹੈ। ਖਾਸ ਤੌਰ ਤੇ ਕਿਸਾਨੀ ਨਾਲ ਸੰਬੰਧਿਤ ਜੇ ਅਸੀਂ ਨਵੀਆਂ ਚੀਜ਼ਾਂ ਲੈ ਕੇ ਆਉਣਗੇ ਔਰ ਇਹਦੇ ਉੱਤੇ ਫੋਕਸ ਹੋਏਗਾ, ਕਿਸਾਨੀ ਦੀਆਂ ਸਮੱਸਿਆਵਾਂ ਦੇ ਉੱਤੇ, ਨੌਜਵਾਨੀ ਦੀਆਂ ਸਮੱਸਿਆਵਾਂ ਦੇ ਉੱਤੇ, ਜਾਂ ਹੋਰ ਜਿਹੜੀਆਂ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੇ, ਤਾਂ ਹੀ ਪੰਜਾਬ ਦੇ ਲੋਕ ਉਹਨਾਂ ਨੂੰ ਪਸੰਦ ਕਰਨਗੇ, ਨਾ ਕਿ ਜਿਹੜੇ ਪੁਰਾਣੇ ਚਿਹਰਿਆਂ ਨੂੰ ਅੱਗੇ ਦਿਖਾ ਕੇ ਕਿ ਨਵੀਂ ਪਾਰਟੀ, ਨਵਾਂ ਗਠਬੰਧਨ ਬਣਾ ਕੇ। ਇਦਾਂ ਦੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਹੁਣ ਇਹਨਾਂ ਝਾਂਸਿਆਂ 'ਚ ਨਹੀਂ ਆਉਣਗੇ। ਜੀ ਸੁਖਵਿੰਦਰ ਜੀ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਹੋਰ ਟਵੀਟ ਕਰ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ यकीन कीजिए ईश्वर के फैसले हमारी ख्वाहिशों से बेहतर होते हैं। ਯਾਨੀ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਣ ਡੋਰਾਂ ਪਰਮਾਤਮਾ ਤੇ ਸੁੱਟ ਦਿੱਤੀਆਂ ਗਈਆਂ ਨੇ। ਦੇਖੋ, ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਜੀ ਦੀ ਗੱਲ ਹੈ, ਉਹ ਆਪਾਂ ਨੂੰ ਪਤਾ ਹੈ ਕਿ ਉਹ ਇੱਕ ਬਹੁਤ ਹੀ ਪਰਮਾਤਮਾ ਨੂੰ ਯਾਦ ਕਰਨ ਵਾਲੇ ਔਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਇਨਸਾਨ ਨੇ। ਆਪਾਂ ਜਦੋਂ ਵੀ ਉਹਨਾਂ ਨੂੰ ਦੇਖਦੇ ਹਾਂ ਕਿ ਉਹ ਹਮੇਸ਼ਾ, ਉਹਨਾਂ ਨੇ ਕੋਈ ਇਹ ਨਹੀਂ ਕਿ ਨੇਚਰ ਤੋਂ ਵੱਖਰੇ ਹੋ ਕੇ ਜਾਂ ਕੁਦਰਤ ਤੋਂ ਵੱਖਰੇ ਹੋ ਕੇ ਕੋਈ ਡਿਸੀਜਨ ਲਿਆ। ਉਹਨਾਂ ਨੇ ਕੁਦਰਤ ਦੇ ਭਾਣੇ ਨੂੰ ਮੰਨਿਆ, ਰੱਬ ਦੇ ਭਾਣੇ ਨੂੰ ਮੰਨਿਆ ਹਮੇਸ਼ਾ। ਸੋ ਇਹੀ ਗੱਲ ਇਸ ਟਵੀਟ ਤੋਂ ਸਾਬਤ ਹੁੰਦੀ ਹੈ ਕਿ ਉਹ ਆਪਣਾ ਸਾਰਾ ਭਵਿੱਖ ਜਿਹੜਾ ਹੈਗਾ ਕੁਦਰਤ ਦੇ ਉੱਤੇ ਜਾਂ ਪ੍ਰਮਾਤਮਾ ਦੇ ਕਹਿ ਲਓ, ਉਹਨਾਂ ਨੂੰ ਵਾਹਿਗੁਰੂ ਕਹਿ ਲਓ, ਉਹਦੇ ਉੱਤੇ ਉਹ ਸੁੱਟਣਾ ਚਾਹੁੰਦੇ ਨੇ। ਔਰ ਉਹਨਾਂ ਨੂੰ ਲੱਗਦਾ ਹੈ ਕਿ ਜੋ ਪ੍ਰਮਾਤਮਾ ਕਰੇਗਾ ਸਾਰਾ ਕੁਝ ਵਧੀਆ ਕਰੇਗਾ। ਪਹਿਲਾਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ, ਪ੍ਰਮਾਤਮਾ ਨੇ ਉਹਨਾਂ ਦਾ ਸਾਥ ਦਿੱਤਾ ਹੈ ਹਰ ਚੀਜ਼ ਦੇ ਵਿੱਚ। ਹੁਣ ਵੀ ਉਹਨਾਂ ਨੇ ਇਹ ਟਵੀਟ ਤੋਂ ਇਹੀ ਜਤਾਇਆ ਹੈ ਕਿ ਜਿਹੜਾ ਉਹਨਾਂ ਦਾ ਭਵਿੱਖ ਜਿਹੜਾ ਹੈਗਾ, ਜਿਵੇਂ ਆਪਾਂ ਪਿਛਲੀਆਂ ਗੱਲਾਂ ਕੀਤੀਆਂ ਨੇ ਕਿ ਟਵੀਟ ਜੋ ਉਹਨਾਂ ਦੇ ਆਉਂਦੇ ਨੇ, ਉੱਥੋਂ ਇਹੀ ਲੱਗਦਾ ਹੈ ਕਿ ਪ੍ਰਮਾਤਮਾ ਉਹਨਾਂ ਦੀ ਬਾਂਹ ਫੜੇਗਾ ਔਰ ਪ੍ਰਮਾਤਮਾ ਉਹਨਾਂ ਤੋਂ ਸਹੀ ਫੈਸਲਾ ਕਰਵਾਏਗਾ ਔਰ ਜੋ ਵੀ ਫੈਸਲਾ ਹੋਏਗਾ ਉਹ ਚੰਗਾ ਫੈਸਲਾ ਹੋਏਗਾ ਔਰ ਉਹਨਾਂ ਦੀਆਂ ਉਮੀਦਾਂ ਤੋਂ ਕਿਤੇ ਜਾ ਕੇ ਵਧੀਆ ਉੱਪਰ ਹੋਏਗਾ। ਪ੍ਰਮਾਤਮਾ ਇਹ ਸਾਰੀਆਂ ਚੀਜ਼ਾਂ ਦੇਖ ਰਿਹਾ। ਉਹਨਾਂ ਨੇ ਪ੍ਰਮਾਤਮਾ ਦੇ ਉੱਤੇ ਵਧੀਆ ਭਰੋਸਾ ਜਤਾਉਣ ਦੀ ਕੋਸ਼ਿਸ਼ ਇਸ ਟਵੀਟ ਦੇ ਰਾਹੀਂ ਕੀਤੀ ਹੈ। ਜੀ, ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ, ਇਸ ਅਹਿਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਸ਼ੁਕਰੀਆ। ਤਾਂ ਇਹ ਸਨ ਡਾਕਟਰ ਭੀਮੇਂਦਰ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਆਪਣੇ ਵਿਚਾਰ ਇਹਨਾਂ ਦੇ ਵੱਲੋਂ ਦਿੱਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਕੁਝ ਨਵਿਆਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।